Hello, dear learners. You're welcome in today's session. Today, I am here to discuss different approaches to the teaching of English. First of all, we'll take behavioristic approach. आज ਆਪਾਂ behavioristic approach ਬਾਰੇ ਪੜ੍ਹਦੇ ਹਾਂ। behavioristic approach ਕੀ ਹੈ ਬੇਟਾ? ਜੋ behavior ਨੂੰ modify ਕਰੇ। A theory based किस idea पे है? This theory is based on the idea that behavior can be modified or controlled through some technique by imitating others, दूसरे की नकल करके, दूसरे ਨੂੰ फॉलो करके, by repetition, किसी एक्ट ਨੂੰ किसी चीज़ ਨੂੰ बार बार दोहरा के। अर्थात ਜਦੋਂ ਅਸੀਂ एक एक्टिविटी किसी बच्चे ਨੂੰ ਦਿੰਦੇ ਹਾਂ ਤੇ ਉਹ ਬੱਚਾ उस एक्टिविटी ਨੂੰ खुद करे ਜਾਂ बार बार करे ਤਾਂ ਉਸ ਦੀ ਇੱਕ ਤਰ੍ਹਾਂ ਨਾਲ ਕੰਡੀਸ਼ਨਿੰਗ ਹੋ ਜਾਂਦੀ ਹੈ ਤੇ ਉਹ ਐਕਟੀਵਿਟੀ ਨੂੰ ਅੱਛੀ ਤਰ੍ਹਾਂ ਕਰਨ ਦੇ ਯੋਗ ਹੋ ਜਾਂਦਾ ਹੈ। ਲਰਨਿੰਗ ਆਕਰਸ ਥਰੂ ਕਲਾਸੀਕਲ ਔਰ ਓਪਰੈਂਟ ਕੰਡੀਸ਼ਨਿੰਗ। ਜਿਹੜੀ ਲਰਨਿੰਗ ਹੈ, ਸਿੱਖਿਆ ਹੈ, ਸਿੱਖਿਆ ਹੈ, ਪੜ੍ਹਾਈ ਹੈ ਕਿਸੇ ਚੀਜ਼ ਦੀ, ਤਾਂ ਉਹ ਕਲਾਸੀਕਲ ਜਾਂ ਓਪਰੈਂਟ ਕੰਡੀਸ਼ਨਿੰਗ ਦੇ ਨਾਲ ਹੋ ਸਕਦੀ ਹੈ। ਕਿਸ ਤਰ੍ਹਾਂ? ਕਲਾਸੀਕਲ ਕੰਡੀਸ਼ਨਿੰਗ ਜਿਹੜੀ ਕੀ ਕਹਿੰਦੀ ਹੈ, ਇਹਦੇ ਵਿੱਚ ਤੁਸੀਂ ਐਸੋਸੀਏਟ ਕਰਦੇ ਆ ਆਈਡੀਆਜ਼ ਨੂੰ। ਲਰਨਿੰਗ ਥਰੂ ਐਸੋਸੀਏਸ਼ਨ, ਲਾਈਫ ਦੇ ਨਾਲ ਐਡ ਕਰਕੇ ਕੋਈ ਚੀਜ਼ ਐਸੋਸੀਏਟ ਕਰਕੇ ਇੱਕ ਚੀਜ਼ ਨੂੰ ਦੂਸਰੀ ਚੀਜ਼ ਦੇ ਨਾਲ। ਅਤੇ ਓਪੈਰੈਂਟ ਕੰਡੀਸ਼ਨਿੰਗ ਦੇ ਵਿੱਚ ਕੀ ਹੈ? ਕੰਸੀਕੁਐਂਸਿਸ ਆਫ ਯੋਰ ਐਕਸ਼ਨਸ। ਉਹਦੇ ਵਿੱਚ ਰਿਵਾਰਡ ਐਂਡ ਪਨਿਸ਼ਮੈਂਟ ਵੀ ਆ ਜਾਂਦਾ ਕਿ ਤੁਸੀਂ ਕੋਈ ਕੰਮ ਕੀਤਾ, ਉਸ ਦਾ ਨਤੀਜਾ ਕੀ ਨਿਕਲਿਆ। ਅਗਰ ਉਸ ਦਾ ਨਤੀਜਾ ਅੱਛਾ ਹੈ ਜਾਂ ਉਹ ਹੈ ਤਾਂ ਬੱਚਾ ਆਪਣੇ ਆਪ ਨੂੰ ਉਸ ਚੀਜ਼ ਵਾਸਤੇ ਤਿਆਰ ਕਰ ਲੈਂਦਾ ਕਿ ਇਹ ਕੰਮ ਕਰਨ ਨਾਲ ਮੈਨੂੰ ਇੱਕ ਵਧੀਆ ਰਿਵਾਰਡ ਮਿਲੇਗਾ, ਸਾਰੇ ਮੇਰੀ ਪ੍ਰੇਜ਼ ਕਰਨਗੇ, ਤਾਂ ਇਸ ਤਰ੍ਹਾਂ ਨਾਲ ਉਹ ਇੰਗਲਿਸ਼ ਸਿੱਖਣ ਦੇ ਯੋਗ ਹੋ ਜਾਂਦਾ ਹੈ। ਲੈਂਗੁਏਜ ਲਰਨਿੰਗ ਜਿਹੜੀ ਹੈ, ਇੰਗਲਿਸ਼ ਲਰਨਿੰਗ ਆਪਾਂ ਨੂੰ ਲੱਗਦਾ ਥੋੜ੍ਹੀ ਜਿਹੀ ਮੁਸ਼ਕਿਲ ਲੱਗਦੀ ਹੈ ਕਿਉਂਕਿ ਫੋਰਨ ਲੈਂਗੁਏਜ ਹੈ, ਅਤੇ ਇਸ ਨੂੰ ਕਿਸ ਤਰ੍ਹਾਂ ਕੀਤਾ ਜਾ ਸਕਦਾ ਤਿਆਰ, ਕਿਸ ਤਰ੍ਹਾਂ ਸਿੱਖਿਆ ਜਾ ਸਕਦਾ? ਥਰੂ ਹੈਬਿਟ ਫਾਰਮੇਸ਼ਨ। ਦਸ ਲੈਂਗੁਏਜ ਲਰਨਿੰਗ ਕੈਨ ਬੀ ਥਰੂ ਹੈਬਿਟ ਫਾਰਮੇਸ਼ਨ। ਐਂਡ ਹੈਬਿਟ ਫਾਰਮੇਸ਼ਨ ਕਦੋਂ ਹੁੰਦੀ ਹੈ? ਜਦੋਂ ਅਸੀਂ ਰਿਪੀਟ ਕਰਦੇ ਹਾਂ ਕਿਸੇ ਚੀਜ਼ ਨੂੰ, ਕੋਈ ਐਕਟ ਕਰਦੇ ਹਾਂ। ਇਨ ਦਿਸ ਸੋਸ਼ਲ ਇਨਵਾਇਰਮੈਂਟ, ਸੁਸਾਇਟੀ, ਫੈਮਿਲੀ, ਸਕੂਲ, ਹੋਮ, all give language to learners, all expose language to learners। अर्थात हर एक जो है ये भाग, परिवार है, स्कूल है, आले दुआले का वातावरण है, समाज है, इन्हां सारियां चों विद्यार्थी तक लैंग्वेज पहुँचती है, बच्चे तक लैंग्वेज पहुँचती है, तो इसे लैंग्वेज नूं वो सीखता है। ਰੈਗੂਲਰ ਰਿਵਾਰਡ ਔਰ ਮੋਟੀਵੇਸ਼ਨ ਜਿਹੜੀ ਹੈ, ਫੀਡਬੈਕ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ, ਜੇ ਲਗਾਤਾਰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰੇਰਨਾ ਬੱਚੇ ਨੂੰ ਮਿਲਦੀ ਰਹੇ ਤਾਂ ਉਹ ਬੜੀ ਅੱਛੇ ਤਰੀਕੇ ਨਾਲ ਲੈਂਗੁਏਜ ਸਿੱਖ ਸਕਦਾ ਹੈ। ਤਾਂ ਪ੍ਰੋਵਾਈਡ ਰੀਇਨਫੋਰਸਮੈਂਟ ਐਂਡ ਹੈਲਪਸ ਇਨ ਹੈਬਿਟ ਫਾਰਮੇਸ਼ਨ। ਅਗਰ ਟੀਚਰ ਵਿਦਿਆਰਥੀ ਨੂੰ ਰੀਇਨਫੋਰਸਮੈਂਟ ਦਿੰਦਾ, ਉਸਨੂੰ ਮੋਟੀਵੇਟ ਕਰਦਾ, ਉਸਨੂੰ ਕੋਈ ਰਿਵਾਰਡ ਦਿੰਦਾ ਹੈ, ਪ੍ਰੇਜ਼ ਕਰਦਾ, ਉਸਦੀ ਕਿਸੇ ਵੀ ਰੂਪ ਵਿੱਚ ਰੀਇਨਫੋਰਸਮੈਂਟ ਹੋ ਸਕਦੀ ਹੈ, ਤਾਂ ਉਹਦੇ ਨਾਲ ਬੱਚੇ ਦੀ ਹੈਬਿਟ ਫਾਰਮੇਸ਼ਨ ਹੋ ਜਾਂਦੀ ਹੈ। ਹੈਬਿਟ ਇੱਕ ਦੂਸਰਾ ਕਾਰਨ ਇਹਦਾ ਕੀ ਹੋ ਸਕਦਾ ਕਿ ਰੈਪੀਟੀਸ਼ਨ। ਰੈਪੀਟੀਸ਼ਨ ਇਜ਼ ਦ ਬੇਸਿਸ ਟੂ ਦ ਫਾਰਮੇਸ਼ਨ ਆਫ ਲੈਂਗੁਏਜ ਹੈਬਿਟਸ। ਜਿਹੜੀ ਰੈਪੀਟੇਸ਼ਨ ਹੈ, ਦੁਹਰਾਈ ਹੈ, ਉਹ ਲੈਂਗੁਏਜ ਹੈਬਿਟਸ ਨੂੰ ਵਿਕਸਿਤ ਕਰਨ ਵਾਸਤੇ, ਬਣਾਉਣ ਵਾਸਤੇ ਬਹੁਤ ਮਦਦਗਾਰ ਹੁੰਦੀ ਹੈ। ਅਰਥਾਤ ਜਦੋਂ ਵਿਦਿਆਰਥੀ ਨੇ ਕੋਈ ਕਲਾਸਰੂਮ ਦੇ ਵਿੱਚ ਗੱਲ ਸੁਣੀ, ਆਪਾਂ ਕੋਈ ਲਾਈਨ ਦਿੱਤੀ, ਉਸਨੂੰ ਕੁਛ ਇੰਗਲਿਸ਼ ਦਾ ਰਿਲੇਟ ਕੀਤਾ, ਮੰਨ ਲਓ ਕੋਈ ਟੋਏ ਦਿੱਤਾ ਅਤੇ ਉਸਦਾ ਨਾਮ ਬੋਲਤਾ ਬੱਚੇ ਨੂੰ ਕਿ ਇਹ ਟੋਏ ਇਹ ਵਾਲਾ ਇੰਗਲਿਸ਼ ਦੇ ਵਿੱਚ ਬੋਲਤਾ, ਤਾਂ ਉਹ ਬੱਚਾ ਉਸਨੂੰ ਬਾਰ ਬਾਰ ਕਰੇਗਾ ਤਾਂ ਉਹ ਰਿਲੇਟ ਕਰਨਾ ਸਿੱਖ ਜਾਏਗਾ ਕਿ ਇਸ ਟੋਏ ਨੂੰ ਇਹ ਕਹਿੰਦੇ ਨੇ। ਲਰਨਿੰਗ ਇਜ਼ ਅ ਕੰਡੀਸ਼ਨਿੰਗ ਪ੍ਰੋਸੈਸ। ਹੁਣ ਆਪਾਂ ਇਹ ਦੇਖਦੇ ਹਾਂ ਕਿ ਕੰਡੀਸ਼ਨਿੰਗ ਕਿਸ ਨੂੰ ਕਹਿੰਦੇ ਨੇ। ਕੰਡੀਸ਼ਨਿੰਗ ਅਰਥਾਤ ਉਹੀ ਚੀਜ਼ ਕਿ ਇੱਕ ਚੀਜ਼ ਨੂੰ ਬਾਰ ਬਾਰ ਕਰਕੇ ਸਮਝ ਜਾਣਾ, ਕਰਨ ਦੇ ਖੁਦ ਕਰਨ ਦੇ ਯੋਗ ਹੋ ਜਾਣਾ, ਆਦਤ ਬਣ ਜਾਣਾ, ਉਹ ਕੰਡੀਸ਼ਨਿੰਗ ਹੈ। ਜੇ ਬੱਚੇ ਨੂੰ ਕੋਈ ਕੰਮ ਕਰਨਾ ਆ ਗਿਆ ਤਾਂ ਉਹ ਕੰਡੀਸ਼ਨਿੰਗ ਹੋ ਜਾਂਦੀ ਉਹਦੀ ਕਿ ਇਸ ਤਰ੍ਹਾਂ ਕਰਨਾ। ਮੰਨ ਲਓ ਕੋਈ ਚੀਜ਼ ਘਰ ਦੇ ਵਿੱਚ ਆਪਾਂ ਕਿਤੇ ਰੱਖੀ ਹੋਈ ਅਤੇ ਬੱਚੇ ਨੂੰ ਆਪਾਂ ਸਿਖਾਤਾ ਕਿ ਇਸ ਡਰਾਅਰ ਦੇ ਵਿੱਚ ਇਹ ਚੀਜ਼ ਪਈ ਹੈ, ਅਤੇ ਬੱਚਾ ਉਸੇ ਡਰਾਅਰ ਦੇ ਵਿੱਚੋਂ ਆਪਣੇ ਆਪ ਲੈਣ ਦੇ ਯੋਗ ਹੋ ਜਾਂਦਾ। ਇਸ ਨੂੰ ਕੰਡੀਸ਼ਨਿੰਗ ਕਹਿੰਦੇ ਨੇ। ਅਤੇ ਲੈਂਗੁਏਜ ਦੇ ਕੰਮ ਦੇ ਵਿੱਚ ਅਗਰ ਉਸਨੂੰ ਕੋਈ ਸੈਂਟੈਂਸ, ਕੋਈ ਵਰਡ ਆਪਾਂ ਸਿਖਾਤਾ ਕਿ ਇਹ ਵਰਡ ਇਸ ਲਈ ਹੈ, ਤਾਂ ਜਦੋਂ ਬਾਰ ਬਾਰ ਆਪਾਂ ਉਸਨੂੰ ਕਹਿੰਦੇ ਹਾਂ ਤਾਂ ਉਸਦੀ ਕੰਡੀਸ਼ਨਿੰਗ ਹੋ ਜਾਂਦੀ ਹੈ। ਅਤੇ ਇਹਦੇ ਵਿੱਚ ਕੀ ਹੁੰਦਾ? ਸਟੀਮੂਲਸ ਰਿਸਪੋਂਸ ਜਿਹੜਾ ਵਿਦਿਆਰਥੀ ਨੂੰ ਗੋਲ ਵੱਲ ਲੀਡ ਕਰਦਾ।
ਸਟਿਮੂਲਸ ਰਿਸਪੌਂਸ ਥਿਊਰੀ ਜਿਹੜੀ ਹੈ ਲੀਡਸ ਟੂਵਰਡਸ ਦ ਗੋਲ ਕੀ ਹੈ ਸਾਡਾ? ਟਾਰਗੇਟ ਲੈਂਗੁਏਜ ਕੀ ਸਿੱਖਣਾ ਚਾਹੁੰਦੇ ਹਾਂ ਅਸੀਂ? ਇੰਗਲਿਸ਼। ਸਟਿਮੂਲਸ ਕੀ ਹੈ ਕਿ ਜਦੋਂ ਬੱਚੇ ਨੂੰ ਥੋੜ੍ਹਾ ਜਿਹਾ ਸਟਿਮੂਲਸ ਦਿੱਤਾ ਉਸਨੂੰ ਉਤੇਜਿਤ ਕੀਤਾ ਜਾਵੇ, ਸਟਿਮੂਲਸ ਉਸਨੂੰ ਤਿਆਰ ਕੀਤਾ ਜਾਵੇ। ਈਵਨ ਕਿ ਵਧੀਆ ਵਾਤਾਵਰਨ ਵੀ ਸਟਿਮੂਲਸ ਦਾ ਕੰਮ ਕਰ ਸਕਦਾ ਹੈ। ਰਿਸਪੌਂਸ, ਬੱਚਾ ਉਸਨੂੰ ਕਿਵੇਂ ਰਿਐਕਟ ਕਰਦਾ ਅਤੇ ਉਸਨੂੰ ਅਸੀਂ ਕੀ ਰਿਸਪੌਂਸ ਦਿੰਦੇ ਹਾਂ। ਉਸ ਤੋਂ ਬਾਅਦ ਉਹ ਜਿਹੜਾ ਗੋਲ ਵੱਲ ਡਾਇਰੈਕਟ ਹੋ ਜਾਂਦਾ ਹੈ ਕਿ ਉਹ ਲੈਂਗੁਏਜ ਲਰਨਿੰਗ ਉਹਦੇ ਵਿੱਚ ਉਸਨੂੰ ਲੈਂਗੁਏਜ ਲਰਨਿੰਗ ਵਿੱਚ ਦਿੱਕਤ ਨਹੀਂ ਆਉਂਦੀ, ਆਸਾਨੀ ਹੋ ਜਾਂਦੀ ਹੈ। ਤਾਂ ਜੇ ਕੰਟੀਨਿਊਸ ਰੈਪੀਟੀਸ਼ਨ, ਲਗਾਤਾਰ ਦੁਹਰਾਈ, ਕਿਸ ਸਾਈਡ ਤੋਂ? ਲਰਨਰ ਸਾਈਡ ਤੋਂ। ਲਰਨਰ ਮਤਲਬ ਬੱਚਾ ਸਿੱਖਿਆ ਰਤੀ, ਪਲੱਸ ਫੀਡਬੈਕ ਕੌਣ ਦੇਗਾ? ਟੀਚਰ ਨੇ ਦੱਸਿਆ ਕਿ ਬਹੁਤ ਅੱਛਾ ਕਰ ਰਹੇ ਹੋ ਬੇਟਾ, ਅਤੇ ਇੰਨੇ ਨਾਲ ਹੀ ਉਹ ਉਸ ਨੂੰ ਲਰਨਿੰਗ ਨੂੰ ਮਜ਼ਬੂਤ ਹੋ ਜੂਗੀ। ਤਾਂ ਆਪਾਂ ਨੈਗੇਟਿਵ ਫੀਡਬੈਕ ਦੀ ਵੀ ਗੱਲ ਕਰਾਂਗੇ। ਜੇ ਉਸ ਤੋਂ ਕੋਈ ਗਲਤ ਕਰ ਰਿਹਾ ਤਾਂ ਟੀਚਰ ਕਹੇਗੀ ਨਹੀਂ ਬੇਟਾ ਇਸ ਤਰ੍ਹਾਂ ਨਹੀਂ ਕਰਨਾ, ਤਾਂ ਇਹ ਉੱਥੇ ਬੱਚਾ ਜਿਹੜਾ ਉਸ ਕੰਮ ਨੂੰ ਕਰਨਾ ਛੱਡ ਦੇਗਾ। ਅਤੇ ਇਸ ਦਾ ਨਤੀਜਾ ਕੀ ਨਿਕਲਦਾ? ਡਿਜ਼ਾਇਰਡ ਬਿਹੇਵੀਅਰ। ਕੀ ਮਿਲ ਜਾਂਦਾ ਫਿਰ ਉਸਨੂੰ? ਡਿਜ਼ਾਇਰਡ ਬਿਹੇਵੀਅਰ। ਜਦੋਂ ਬੱਚਾ ਰੈਪੀਟੀਸ਼ਨ ਕਰਦਾ ਅਤੇ ਟੀਚਰ ਉਸਨੂੰ ਫੀਡਬੈਕ ਦਿੰਦਾ ਤਾਂ ਨਤੀਜਾ ਕੀ ਨਿਕਲਦਾ ਕਿ ਜੋ ਬਿਹੇਵੀਅਰ ਅਸੀਂ ਚਾਹੁੰਦੇ ਹਾਂ ਉਹ ਬਿਹੇਵੀਅਰ ਸਾਨੂੰ ਮਿਲ ਜਾਂਦਾ। ਉਸ ਬਿਹੇਵੀਅਰ ਤੋਂ ਬੱਚਾ ਸਿੱਖ ਜਾਂਦਾ ਉਸ ਕੰਮ ਨੂੰ। ਅਤੇ ਪੋਜ਼ੀਟਿਵ ਅਤੇ ਨੈਗੇਟਿਵ ਰੀਇਨਫੋਰਸਮੈਂਟ ਕੀ ਹੁੰਦੀ ਹੈ ਬੇਟਾ? ਇਹ ਵੀ ਮੈਂ ਅੱਗੇ ਫਲੋ ਚਾਰਟ ਦੇ ਰਾਹੀਂ ਤੁਹਾਨੂੰ ਸਮਝਾਇਆ ਐਰੋ ਨਾਲ। ਪੋਜ਼ੀਟਿਵ ਰੀਇਨਫੋਰਸਮੈਂਟ, ਪੋਜ਼ੀਟਿਵ ਮਤਲਬ ਕਿਸੇ ਨੂੰ ਪ੍ਰੇਜ਼ ਕਰਨਾ। ਨੀਚੇ ਮੈਂ ਲਿਖਿਆ ਵੀ ਹੈ ਰਿਵਾਰਡ, ਪ੍ਰੇਜ਼ ਜਾਂ ਕੋਈ ਵੀ ਕਿਸੇ ਵੀ ਰੂਪ 'ਚ ਬੱਚੇ ਨੂੰ ਪ੍ਰਸ਼ੰਸਾ ਜਾਂ ਕੋਈ ਕੋਇਨਸ ਦੇਣਾ, ਕੋਈ ਸਟਾਰ ਦੇਣਾ, ਕੁਛ ਵੀ ਹੋ ਸਕਦਾ। ਕੋਈ ਅੱਛੀ ਗੱਲ ਕਹਿ ਦੇਣਾ, ਉਹਦੇ ਲਈ ਕੰਪਲੀਮੈਂਟ ਦੇ ਦੇਣਾ। ਇਹਦੇ ਨਾਲ ਬੱਚਾ ਜਿਹੜਾ ਟੂਵਰਡਸ ਦਾ ਗੋਲ ਲੀਡ ਹੁੰਦਾ, ਡਾਇਰੈਕਟ ਹੁੰਦਾ। ਕਾਹਦੇ ਵਾਸਤੇ? ਟੂ ਇਨਕਰੀਜ਼ ਡਿਜ਼ਾਇਰਡ ਬਿਹੇਵੀਅਰ। ਸਕਸੈਸ, ਗੋਲ ਕੀ ਹੈ? ਸਫਲਤਾ ਕੀ ਹੈ? ਇੰਗਲਿਸ਼ ਸਿੱਖਣਾ। ਇੰਗਲਿਸ਼ ਸਿੱਖਣ ਲੱਗ ਜਾਂਦਾ ਮਤਲਬ ਉਹ ਉਸ ਦੇ ਵਿੱਚ ਸਫਲਤਾ ਪ੍ਰਾਪਤ ਕਰ ਲੈਂਦਾ। ਟੂ ਇਨਕਰੀਜ਼ ਡਿਜ਼ਾਇਰਡ ਬਿਹੇਵੀਅਰ, ਉਹ ਉਸ ਤੋਂ ਜੋ ਅਸੀਂ ਚਾਹੁੰਦੇ ਸੀ ਕਿ ਇੰਜ ਕਰੇ, ਇਸ ਨੂੰ ਸਿੱਖੇ, ਇਹ ਸਹੀ ਹੈ, ਉਸ ਨੂੰ ਇਨਕਰੀਜ਼ ਕਰਨ ਲਈ ਸਾਨੂੰ ਪੋਜ਼ੀਟਿਵ ਰੀਇਨਫੋਰਸਮੈਂਟ ਦੀ ਲੋੜ ਹੁੰਦੀ ਹੈ। ਅਤੇ ਨੈਗੇਟਿਵ ਰੀਇਨਫੋਰਸਮੈਂਟ ਕੀ ਹੈ ਬੇਟਾ? ਕਿ ਉਸਨੂੰ ਇਗਨੋਰ ਕਰਨਾ। ਬੱਚਾ ਕੁਛ ਗਲਤ ਕਰਨ ਦੀ ਕੋਸ਼ਿਸ਼ ਕਰੇ, ਕਈ ਵਾਰ ਸ਼ਰਾਰਤ ਵੀ ਕਰਦਾ, ਪਰ ਆਪਾਂ ਇੱਥੇ ਲੈਂਗੁਏਜ 'ਤੇ ਕੀ ਰਹਿਣਾ ਹੈ ਕਿ ਉਸਦੇ ਕਿਸੇ ਵਿਚਾਰ ਨੂੰ ਕੋਈ ਗੱਲ ਕਹਿੰਦਾ ਅਤੇ ਉਸਨੂੰ ਇਗਨੋਰ ਕਰ ਦੇਣਾ। ਇਹ ਲਾਸਟ 'ਤੇ ਮੰਨਣੀ ਹੁੰਦੀ ਆਪਸ਼ਨ। ਅਤੇ ਜਾਂ ਉਹਨੂੰ ਲੇਟ ਬੈਡ ਟਾਈਮ ਦੀ ਜਾਂ ਕਿਸੇ ਤਰ੍ਹਾਂ ਦੀ ਰਿਸੈਸ ਉਹਦੀ ਥੋੜ੍ਹੀ ਦੇਰ ਲਈ ਘੱਟ ਕਰ ਦਿੱਤੀ ਜਾਵੇ, ਜਾਂ ਉਹਨੂੰ ਕੋਈ ਇਨਸੈਂਟਿਵ ਨਾ ਦਿੱਤਾ ਜਾਵੇ। ਇਸ ਤਰ੍ਹਾਂ ਦੀ ਨੈਗੇਟਿਵ ਰੀਇਨਫੋਰਸਮੈਂਟ ਹੋ ਜਾਂਦੀ ਹੈ। ਇਹ ਕਾਹਦੇ ਲਈ ਕਰਨੀ ਪੈਂਦੀ ਹੈ? ਕਰੈਕਸ਼ਨਸ ਵਾਸਤੇ ਹੈ ਬੇਟਾ। ਇਹ ਵੀ ਗੋਲ ਦੇ ਟੂਵਰਡਸ ਲੀਡ ਕਰਦੀ ਹੈ ਕਿ ਕੁਛ ਗਲਤ ਬੋਲ ਰਿਹਾ, ਉਹ ਗਲਤ ਪੜ੍ਹ ਰਿਹਾ ਤਾਂ ਅਨਡਿਜ਼ਾਇਰਡ ਬਿਹੇਵੀਅਰ ਉਸਨੂੰ ਡੀਕਰੀਜ਼ ਕਰਨ ਲਈ, ਉਸਨੂੰ ਘਟਾਉਣ ਲਈ ਟਾਈਮਲੀ ਕਰੈਕਸ਼ਨ। ਅਗਰ ਆਪਾਂ ਟਾਈਮ 'ਤੇ ਕਰੈਕਟ ਨਹੀਂ ਕਰਾਂਗੇ ਤਾਂ ਉਹ ਬੱਚਾ ਗਲਤ ਹੀ ਸਿੱਖ ਜਾਵੇਗਾ। ਅਤੇ ਇਹ ਦੋ ਤਰ੍ਹਾਂ ਦੀ ਰੀਇਨਫੋਰਸਮੈਂਟ ਆਪਾਂ ਦਿੰਦੇ ਹਾਂ, ਪੋਜ਼ੀਟਿਵ ਐਂਡ ਨੈਗੇਟਿਵ। ਅਤੇ ਇਹਦਾ ਮੀਨਿੰਗ ਕੀ ਹੋਇਆ ਬਿਹੇਵੀਅਰਿਸਟਿਕ ਅਪਰੋਚ ਦਾ? ਕਿ ਵੀ ਕੈਨ ਮੋਡੀਫਾਈ ਦ ਬਿਹੇਵੀਅਰ ਆਫ ਅ ਸਟੂਡੈਂਟ, ਆਫ ਅ ਚਾਈਲਡ in a controlled environment if we give him or her right type of stimulus, right type of feedback, then we direct him towards the goal and he achieves the goal is the target language, is the learning of English. Reinforcement can be of two types, positive and negative. Positive reinforcement is in the form of reward, any privilege, any remark, and he or she can get his or her goal, success in English learning. And if he or she is going to the wrong side of learning English, making errors, and we want to change, we want to correct him, and then timely correction is necessary, and this can be in the form of negative reinforcement. This is not compulsory to give him or her corporal punishment, ਬਟ ਐਨੀ ਟਾਈਪ ਆਫ ਕਿਸੇ ਪ੍ਰਿਵਿਲੇਜ ਨੂੰ ਖ਼ਤਮ ਕਰ ਦੇਣਾ, ਕਿਸੇ ਸਹੂਲਤ ਨੂੰ ਉਸਨੂੰ ਕਹਿ ਦੇਣਾ ਕਿ ਤੁਹਾਨੂੰ ਪਲੇ ਟਾਈਮ ਘੱਟ ਮਿਲੇਗਾ। ਅਗਰ ਉਸਨੂੰ ਅੱਧਾ ਘੰਟਾ ਪਲੇ ਟਾਈਮ ਦਿੱਤਾ ਜਾਂਦਾ ਤਾਂ ਬੱਚੇ ਨੂੰ ਕਹਿਣਾ ਕਿ ਅਗਰ ਤੁਸੀਂ ਇਹ ਗਲਤ ਕਰ ਰਹੇ ਹੋ, ਨਹੀਂ ਸਿੱਖ ਰਹੇ, ਜਾਂ ਉਸਨੂੰ 10 ਮਿੰਟ ਘਟਾ ਦੇਣੇ, ਰਿਵਾਰਡ ਦੇ ਰੂਪ ਵਿੱਚ ਉਸਦਾ ਪਲੇ ਟਾਈਮ ਵਧਾ ਦੇਣਾ। ਇਸ ਤਰ੍ਹਾਂ ਅਸੀਂ ਬੱਚੇ ਨੂੰ ਉਸ ਦੇ ਬਿਹੇਵੀਅਰ ਨੂੰ, ਉਸ ਦੇ ਡਿਜ਼ਾਇਰਡ ਬਿਹੇਵੀਅਰ ਨੂੰ, ਉਸ ਦੇ ਰਾਈਟ ਟਾਈਪ ਆਫ ਬਿਹੇਵੀਅਰ ਨੂੰ ਇਨਕਰੀਜ਼ ਕਰ ਸਕਦੇ ਹਾਂ ਅਤੇ ਰੋਂਗ ਟਾਈਪ ਆਫ ਬਿਹੇਵੀਅਰ ਨੂੰ ਡੀਕਰੀਜ਼ ਕਰ ਸਕਦੇ ਹਾਂ। ਭਾਵ ਕਿ ਗਲਤੀਆਂ ਨੂੰ ਦੂਰ ਕਰ ਸਕਦੇ ਹਾਂ ਔਰ ਜੋ ਉਸ ਦੀਆਂ ਵਿਸ਼ੇਸ਼ਤਾਵਾਂ ਨੇ, ਜੋ ਸਿੱਖਣ ਦੀ ਕੁਆਲਿਟੀਜ਼ ਨੇ, ਉਸ ਨੂੰ ਵਧਾ ਸਕਦੇ ਹਾਂ। ਤਾਂ ਇਹ ਹੈ ਸਾਡੀ ਬਿਹੇਵੀਅਰਿਸਟਿਕ ਅਪਰੋਚ
कि किस तरह बच्चे नूं बिहेवियर नूं मॉडिफाई करके लैंग्वेज लर्निंग करवाई जा सकती है। इस दे विच मैं तुहानूं जस्ट इस बारे दस्सिया है कि की है बिहेवियरिस्टिक अप्रोच। इस दे दूसरे भाग दे विच आपां 2-3 एक्सपैरीमेंट्स देखांगे इहदे ते इस दे एडवांटेजेस एंड डिसएडवांटेजेस बारे करांगे। तो बहुत शॉर्ट दे विच बड़े सरल दे विच तुहानूं दस्सिया गया है कि बिहेवियरिस्टिक अप्रोच की है। इट इज़ बेस्ड ऑन द आइडिया दैट लैंग्वेज कैन बी बिहेवियर कैन बी मॉडिफाइड और कंट्रोल्ड। किस तरह? बाय इमिटेटिंग अदर्स, फॉलोइंग अदर्स। अदर्स दे विच कौन हो सकता है? मे बी टीचर, मे बी होम, मे बी सोसाइटी, मे बी हिज पीयर्स। एंड बाई रेपीटेशन। वट इज़ रेपीटेशन? रेपीटेशन ऑफ द वर्किंग। कोई भी उसनों एक लाइन भी दी जाती है, एक सेंटेंस भी दिता जाता है, एक वर्ड भी दिता जाता है, जो बार बार उस पर काम करेगा तो ही और शी कैन लर्न ईजीली इन स्मॉल स्टैप्स। सो लर्निंग occurs through conditioning, learning occurs through habit formation. It can be done with the help of classical or operant conditioning. Conditioning is necessary in behavioristic approach to teach language to a student. तो प्यारे सिक्ख्यार्थी अध्यापकों, अज आप बिहेवियरिस्टिक अप्रोच बारे थोड़ा जिहा टच किया, थोड़ा जिहा छूया इसनूं कि तुहानूं पता होवे कि की है ये अप्रोच। अगले भाग दे विच आपां इसदा अगला पार्ट देखांगे। ठीक है बेटा, थैंक यू।